ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਐ ਹਮ ਕੋ ਸ਼ਾਂਤ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਐ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ, ਆਪ ਜੀ ਨੇ 19ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਦਰਜ ਨੇ, ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਦੂਸਰੇ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਜਿਹੜੀ ਉਹ ਕਰ ਰਹੇ ਸਾਂ, ਸਮਾਪਤੀ ਦੇ ਉੱਤੇ ਅਖੀਰਲੀ ਜਿਹੜੀ ਦੂਸਰੇ ਸ਼ਲੋਕ ਦੀ ਪੰਕਤੀ ਹੈ ਉਹ ਸਾਂਝੀ ਕਰ ਰਹੇ ਸਾਂ, ਜਿਸ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਜੋ ਪਿਛਲੇ ਕਰਮਾਂ ਦੇ ਕੀਤੇ ਹੋਏ ਤੂੰ ਗੁਨਾਹ ਨੇ, ਉਹ ਹੀ ਹੁਣ ਉਹਨਾਂ ਨੂੰ ਕਮਾ ਰਿਹਾ ਹੈ, ਇਹਨਾਂ ਨੂੰ ਕੋਈ ਵੀ ਉਹ ਮੇਟ ਨਹੀਂ ਸਕਦਾ। ਇਹ ਪਾਵਨ ਪੰਕਤੀ ਆਪਾਂ ਕੱਲ੍ਹ ਸਮਾਪਤੀ 'ਤੇ ਸਾਂਝੀ ਕਰ ਰਹੇ ਸਾਂ। ਨਾਨਕ ਕਿਰਤ ਪਿਆ ਕਮਾਵਨਾ, ਕੋਇ ਨਾ ਮੇਟਨ ਹਾਰ। ਕਿਰਤ ਦਾ ਅਰਥ ਕੀਤਾ ਹੈ ਕੰਮ, ਭਾਵ ਅਰਥ ਕੀਤਾ ਕਰਮ। ਪਿਆ ਕਮਾਵਨਾ, ਜਿਹੜੇ ਤੂੰ ਕਰਮ ਕੀਤੇ ਨੇ, ਕਰਮਾਂ ਦੇ ਮੁਤਾਬਕ ਸੰਸਕਾਰ ਬਣੇ, ਹੁਣ ਉਹ ਸੰਸਕਾਰ ਜਿਹੜੇ ਨੇ ਤੂੰ ਹੰਢਾਉਂਦਾ ਪਿਆ ਹੈ, ਇਹਨਾਂ ਨੂੰ ਕੋਈ ਨਾ ਮੇਟਨ ਹਾਰ, ਇਹਨਾਂ ਨੂੰ ਹੁਣ ਕੋਈ ਮਿਟਾ ਨਹੀਂ ਸਕਦਾ। ਅਤੇ ਇਹ ਗੱਲ ਕਰਦੇ ਆ, ਮੈਂ ਸਮਾਪਤੀ 'ਤੇ ਇੱਕ ਸਵਾਲ ਜਿਹੜਾ ਰੱਖਣ ਦਾ ਯਤਨ ਕੀਤਾ ਸੀ ਕਿ ਕਰਮ ਮਿਟ ਨਹੀਂ ਸਕਦੇ, ਕਿਉਂਕਿ ਸੁਭਾਵਕ ਮਨੁੱਖ ਦੇ ਮਨ 'ਚ ਇੱਕ ਸਵਾਲ ਪੈਦਾ ਹੋ ਜਾਂਦਾ ਵੀ ਜੇ ਕਰਮ ਮਿਟਣੇ ਨਹੀਂ ਤਾਂ ਫਿਰ ਗੁਰੂ ਕੋਲ ਆਉਣ ਦਾ ਫਾਇਦਾ ਵੀ ਕੀ ਹੈ। ਸੋ ਇਸ ਕਰਕੇ ਮੈਂ ਇਸ ਪੰਕਤੀ 'ਤੇ ਰੁਕ ਗਿਆ ਸਾਂ। ਥੋੜ੍ਹਾ ਜਿਹਾ ਆਪਾਂ ਗੁਰਮਤਿ ਦੇ ਵਿੱਚੋਂ ਅੱਜ ਇਸ ਪੰਕਤੀ ਨੂੰ ਦੇਖ ਲਈਏ। ਸਤਿਗੁਰੂ ਜੀ ਜੋ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਨਾਨਕ ਕਿਰਤ ਪਿਆ ਕਮਾਵਨਾ। ਥੋੜ੍ਹੀ ਜਿਹੀ ਰਿਪੀਟ ਕਰ ਦੇਣਾ। ਮੈਂ ਕੱਲ੍ਹ ਕਿਹਾ ਸੀ ਵੀ ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਫਿਰ ਇਸ ਬੇਨਤੀ ਨੂੰ ਸਮਝਿਓ, ਆਪਾਂ ਜ਼ਿਆਦਾ ਫਿਲਾਸਫੀ ਨਹੀਂ ਅੱਜ ਫੁੱਲ ਨਹੀਂ, ਸਿਰਫ ਪ੍ਰਕਰਨ ਦੇ ਵਿੱਚ ਰਵਾਂਗੇ। 3 ਤਰ੍ਹਾਂ ਦੇ ਕਰਮ ਹੁੰਦੇ ਨੇ, ਉਹ ਸਾਰਾ ਕੁਝ ਮਨੁੱਖ ਦੇ ਹੱਥ ਦੇ ਵਿੱਚ ਹੈ। ਵੈਸੇ ਇੱਕ ਹੈ ਜੀ ਬੜਾ ਗੁੰਝਲਦਾਰ ਜਿਹਾ ਮਸਲਾ ਹੈ। ਇੱਕ ਪਾਸੇ ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਕਰਮ ਕਰਨ ਦੇ ਵਿੱਚ ਜਿਹੜਾ ਜੀਵ ਉਹ ਸੁਤੰਤਰ ਹੈ, ਆਪਣੀ ਮਰਜ਼ੀ ਦੇ ਨਾਲ ਕਰਮ ਕਰ ਸਕਦਾ ਹੈ। ਦੂਸਰੇ ਪਾਸੇ ਇਹ ਕਿਹਾ ਜਾਂਦਾ ਹੈ ਕਿ ਜੋ ਪਰਮਾਤਮਾ ਕਰਾਉਂਦਾ ਹੈ ਸਾਡੇ ਕੋਲ, ਅਸੀਂ ਉਹ ਕਰਦੇ ਹਾਂ। ਇਹ 2 ਅਲੱਗ-ਅਲੱਗ ਚੀਜ਼ਾਂ ਨੇ। ਬਹੁਤ ਬਰੀਕ ਮਸਲਾ ਹੈ, ਇਹਦੇ ਵਾਸਤੇ ਬੜੀ ਡੂੰਘੀ ਜਾਣਕਾਰੀ ਚਾਹੀਦੀ ਇਹਨੂੰ ਖੋਲ੍ਹਣ ਵਾਸਤੇ। ਇਹ ਕਈ ਪ੍ਰਕਰਨਾਂ 'ਚ ਦੋਨੇ ਚੀਜ਼ਾਂ ਆਉਂਦੀਆਂ ਨੇ। ਹੁਣ ਜਿਹੜਾ ਅੱਜ ਦਾ ਆਪਾਂ ਇੱਥੇ ਪ੍ਰਕਰਨ ਦੇ ਵਿੱਚ ਰਹਿਣਾ, ਜਿਹੜੇ ਅਸੀਂ ਕਰਮ ਕੀਤੇ ਉਹ ਸਾਡੇ ਜਮ੍ਹਾਂ ਹੋ ਗਏ। ਮੰਨ ਲਓ ਤੁਸੀਂ ਕਿਸੇ ਬੈਂਕ ਦੇ ਵਿੱਚ ਹੁਣ ਪੈਸੇ ਜਮ੍ਹਾਂ ਕਰਾ ਕੇ ਆਉਂਦੇ ਜੇ,
50,000 ਰੁਪਈਆ ਜਮ੍ਹਾਂ ਕਰਾਇਆ, ਉਹ ਤੁਹਾਡਾ ਜਮ੍ਹਾਂ ਹੈ। ਉਹਨਾਂ ਨੂੰ ਹੁਣ ਵਿਆਜ ਲੱਗੀ ਜਾਣਾ ਹੈ, ਮਿਲਦਾ ਨਾ ਵਿਆਜ, ਭਾਵੇਂ FD ਕਰਾ ਲਓ, ਉਹ ਜਮ੍ਹਾਂ ਦਾ ਪੈਸਾ ਤੁਹਾਡਾ ਹੀ ਰਹਿਣਾ ਹੈ, ਜਦੋਂ ਮਰਜ਼ੀ ਤੁਸੀਂ ਕਢਾ ਲਿਓ। ਪਰ ਇੱਥੇ ਇੱਕ ਚੀਜ਼ ਹੈ ਦੁਨਿਆਵੀ ਤੌਰ 'ਤੇ ਵੀ ਜੇ ਮੈਂ ਨਾ ਕਢਾਵਾਂ ਤਾਂ ਗੱਲ ਵੱਖਰੀ ਹੈ, ਕੋਈ ਜ਼ਬਰਦਸਤੀ ਨਹੀਂ। ਪਰ ਕਰਮ ਫਿਲਾਸਫੀ 'ਚ ਇੱਦਾਂ ਹੈ, ਜਿਹੜੇ ਤੁਸੀਂ ਕਰਮ ਕਰਦੇ ਜੇ ਇਹ ਤੁਹਾਨੂੰ ਧੱਕੇ ਦੇ ਨਾਲ ਬਾਅਦ ਮਿਲਣੇ ਨੇ। ਜੋ ਕਰਮ ਕੀਤਾ ਉਹਦਾ ਫਲ ਮੈਨੂੰ ਭੋਗਣਾ ਹੀ ਪੈਣਾ ਹੈ। ਫਿਰ ਸੁਣੋ, ਕਰਮ ਕਿਰਤ ਪਿਆ ਕਮਾਵਣਾ। ਜਿਹੜੇ ਕਰਮ ਕੀਤੇ, ਕਰਮ ਕਰਨ ਤੋਂ ਬਾਅਦ ਉਹ ਜਮ੍ਹਾਂ ਹੋ ਗਏ, ਸੰਸਕਾਰ ਬਣ ਗਏ। ਜਦੋਂ ਸੰਸਕਾਰ ਬਣ ਗਏ ਤਾਂ ਉਹਨਾਂ ਸੰਸਕਾਰਾਂ ਦੇ ਮੁਤਾਬਕ ਫਿਰ ਸਾਡਾ ਜੀਵਨ ਬਣਦਾ ਹੈ। ਚੰਗੇ ਕਰਮ ਕੀਤੇ, ਜੀਵਨ ਚੰਗਾ ਬਣ ਗਿਆ। ਮੰਦੇ ਕਰਮ ਕੀਤੇ ਤੇ ਜੀਵਨ ਸਾਡਾ ਜਿਹੜਾ ਉਹ ਮੰਦਾ ਬਣ ਗਿਆ। ਹੈ ਸਾਰਾ ਕੁਝ ਕਰਮਾਂ ਦੇ ਮੁਤਾਬਕ ਹੀ ਚੱਲੇਗਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿੱਦਾਂ ਦੇ ਤੂੰ ਕਰਮ ਕੀਤੇ ਉੱਦਾਂ ਦੀ ਵਿਚਾਰ ਹੋਈ ਜਾ ਰਹੀ ਹੈ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਆਹ ਕਰਮ ਕਰਦਾ ਪਿਆ, ਇਹਨੂੰ ਇੱਦਾਂ ਦਾ ਇਹਦਾ ਫਲ ਦੇ ਦਿਓ। ਸਿਰਫ ਆਪਾਂ ਅਜੇ ਇਹ ਸਾਂਝਾ ਕਰ ਰਹੇ ਕਰਮ ਕਿਰਤ ਪਿਆ ਕਮਾਵਣਾ, ਵੀ ਜਿਹੜੇ ਮੈਂ ਕਰਮ ਕਰ ਰਿਹਾ ਉਹ ਮੈਂ ਉਹ ਮੈਨੂੰ ਹੰਡਾਉਣੇ ਪੈਣੇ ਨੇ। ਕੁਝ ਉਦਾਹਰਨਾਂ ਆਪਾਂ ਦੇਖ ਲੈਂਦੇ ਹਾਂ। ਦੁਨਿਆਵੀ ਤੌਰ 'ਤੇ ਤੁਸੀਂ ਕੋਈ ਵੀ ਫਲ ਖਾਂਦੇ ਜੇ, ਅਮਰੂਦ ਖਾ ਲਿਆ, ਕੋਈ ਕੇਲਾ ਖਾ ਲਿਆ ਜਾਂ ਅੰਬ ਖਾ ਲਿਆ, ਕੋਈ ਵੀ ਫਲ ਖਾਂਦੇ ਆਪਾਂ। ਜੇ ਫਲ ਸਾਡੇ ਕੋਲ ਹੈ, ਇਹਦਾ ਭਾਵ ਉਹਦਾ ਕਿਤੇ ਨਾ ਕਿਤੇ ਬੀਜ ਬੀਜਿਆ ਗਿਆ ਹੋਵੇਗਾ ਨਾ। ਬੀਜ ਤੋਂ ਬਿਨਾਂ ਰੁੱਖ ਨਹੀਂ ਬਣਦਾ, ਦਰਖਤ ਨਹੀਂ ਬਣਦਾ, ਅਤੇ ਦਰਖਤ ਤੋਂ ਜਿਹੜਾ ਉਹ ਤੋਂ ਬਿਨਾਂ ਫਲ ਕੋਈ ਨਹੀਂ ਲੱਗਣਾ। ਜੇ ਅੱਜ ਮੈਂ ਫਲ ਖਾ ਰਿਹਾ ਹੈ, ਹੁਣ ਬੜੇ ਇਹੋ ਜਿਹੇ ਫਰੂਟ ਨੇ ਜਿਹੜੇ ਸਾਡੇ ਇੱਥੇ ਨਹੀਂ ਹੁੰਦੇ, ਬਾਹਰੋਂ ਆਉਂਦੇ ਨੇ, ਪਰ ਕਿਤੇ ਨਾ ਕਿਤੇ ਉਹ ਬੀਜਿਆ ਹੋਇਆ ਹੈ ਨਾ, ਕਿਸੇ ਨੇ ਉਹ ਬੀਜ ਬੀਜਿਆ ਹੈ, ਉਹਦਾ ਫਲ ਅਸੀਂ ਖਾ ਰਹੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਫਲ ਬੀਜ ਦਿੱਤਾ, ਉਹ ਫਲ ਜਿਹੜਾ ਬੀਜ ਦਿੱਤਾ ਉਹਦਾ ਇੱਕ ਦਿਨ ਪੇਡਾ ਬਣ ਕੇ, ਫਲ ਬਣ ਕੇ ਤੁਹਾਡੀ ਝੋਲੀ 'ਚ ਪਵੇਗਾ। ਜਿਹੜਾ ਕਰਮ ਤੁਸੀਂ ਬੀਜ ਦਿੱਤਾ, ਫਲ ਉਹਦਾ ਵੀ ਤੁਹਾਨੂੰ ਭੋਗਣਾ ਪੈਣਾ ਹੈ। ਮਨੁੱਖ ਦਾ ਇੱਕ ਸੁਭਾਅ ਹੈ ਜੀ, ਅਸੀਂ ਜਦੋਂ ਤੇ ਚੰਗਾ ਕਰਮ ਕਰਦੇ ਹਾਂ, ਮੰਨ ਲਓ ਤੁਸੀਂ ਹੁਣੇ ਰਹਿ ਰਸ ਦਾ ਸਮਾਂ ਹੋ ਕੇ ਗਿਆ, ਤੁਸੀਂ ਰਹਿ ਰਸ ਕੀਤੀ ਹੈ, ਅਤੇ ਮਨ 'ਚ ਇਹ ਖਿਆਲ ਪੈਦਾ ਹੋਣਾ ਵੀ ਮੈਂ ਅੱਜ ਰਹਿ ਰਸ ਬੜੀ ਟਿਕ ਕੇ ਕੀਤੀ ਹੈ, ਮਹਾਰਾਜ ਕਿਰਪਾ ਕਰੇ। ਨਾਲ ਹੀ ਅਰਦਾਸ ਦੀ ਲਿਸਟ ਲਾਈ ਹੁੰਦੀ ਹੈ ਵੀ ਇਹਨਾਂ ਦਾ ਹਿਸਾਬ ਕਿਤਾਬ ਵੀ ਕਰ ਦਿਓ ਬਾਬਾ ਜੀ, ਆਹ ਦੁੱਖ ਨੇ ਕੱਟ ਦਿਓ, ਮੈਂ ਬਾਣੀ ਪੜ੍ਹੀ ਹੈ। ਜੇ ਤੁਸੀਂ ਇਹ ਮੰਨਦੇ ਜੇ ਕਿ ਮੈਂ ਚੰਗਾ ਕਰਮ ਕੀਤਾ ਅਤੇ ਇਹਦਾ ਫਲ ਮੈਨੂੰ ਮਿਲਣਾ ਚਾਹੀਦਾ ਅਤੇ ਮੈਨੂੰ ਫਲ ਇਹਦਾ ਮਿਲਦਾ ਹੈ, ਫਿਰ ਮੈਂ ਕਿਹਾ ਇਹ ਹੈ ਕਰਮ ਫਿਲਾਸਫੀ। ਮੈਂ ਬਿਲਕੁਲ ਹਲਕਾ ਜਿਹਾ ਟੱਚ ਕਰ ਰਿਹਾ, ਪਰ ਫਿਰ ਵੀ ਤੁਹਾਨੂੰ ਧਿਆਨ ਨਾਲ ਸਮਝਣੀ ਪੈਣੀ ਹੈ। ਮੈਂ ਰਹਿ ਰਸ ਦਾ ਪਾਠ ਕੀਤਾ, ਬਾਣੀ ਪੜ੍ਹੀ ਜਾਂ ਕੋਈ ਵੀ ਸ਼ੁਭ ਕਰਮ ਕੀਤਾ, ਮੈਨੂੰ ਉਹਦਾ ਚੰਗਾ ਫਲ ਮਿਲਦਾ ਹੈ ਜਾਂ ਮੈਨੂੰ ਚਾਹੀਦਾ, ਮੈਂ ਅਰਦਾਸ ਕਰਦਾ। ਅਤੇ ਜਿਹੜਾ ਮੈਂ ਕਿਸੇ ਦਾ ਮਾੜਾ ਕੀਤਾ ਉਹਦਾ ਫਲ ਕਿਹਨੂੰ ਮਿਲਣਾ ਫਿਰ? ਜਾਂ ਤਾਂ ਇਹ ਕਹਿ ਦਿਓ, ਹੁਣ ਜਿਹੜੇ ਤਰਕਵਾਦੀ ਨੇ ਉਹ ਰੱਬ ਨੂੰ ਨਹੀਂ ਮੰਨਦੇ, ਉਹ ਇਸ ਚੀਜ਼ ਨੂੰ ਫਿਲਾਸਫੀ ਨੂੰ, ਕਰਮ ਫਿਲਾਸਫੀ ਨੂੰ ਇੱਦਾਂ ਨਹੀਂ ਮੰਨਦੇ। ਜੇ ਤਾਂ ਤੁਸੀਂ ਚੰਗੇ ਕਰਮ ਦੇ ਫਲ ਦੀ ਇੱਛਾ ਰੱਖਦੇ ਜੇ ਅਤੇ ਫਿਰ ਮੰਦਾ ਵੀ ਤਾਂ ਸਾਨੂੰ ਭੋਗਣਾ ਪੈਣਾ ਨਾ। ਜੇ ਆਪਾਂ ਦਿਨ ਵੇਲੇ ਸੂਰਜ ਦਾ ਨਿੱਘ ਮਾਣਿਆ ਹੈ ਅਤੇ ਰਾਤ ਦੀ ਚੰਦਰਮਾ ਦੀ ਚਾਨਣੀ ਵੀ ਤਾਂ ਸਾਨੂੰ ਹੀ ਵੇਖਣੀ ਪੈਣੀ ਹੈ ਨਾ। ਸੋ ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਜਿਹੜਾ ਵੀ ਅਸੀਂ ਕਰਮ ਕਰਦੇ ਹਾਂ ਉਹਦਾ ਜਿਹੜਾ ਸਾਨੂੰ ਫਲ ਹੈ ਉਹ ਪ੍ਰਾਪਤ ਹੁੰਦਾ ਹੀ ਹੁੰਦਾ ਹੈ, ਉਹ ਸਾਨੂੰ ਭੋਗਣਾ ਪੈਂਦਾ ਹੈ। ਦੁਨਿਆਵੀ ਜਿਹੜੀ ਅਗਲੀ ਬੇਨਤੀ ਕਰਾਂ, ਦੁਨਿਆਵੀ ਤੌਰ 'ਤੇ ਇੱਦਾਂ ਹੁੰਦਾ ਕਿ ਬੀਜ ਕੋਈ ਪਾਉਂਦਾ ਹੈ, ਉਹਦਾ ਫਲ ਕੋਈ ਮਾਣ ਲੈਂਦਾ ਹੈ। ਹੁਣ ਆਪਾਂ ਸਾਰੇ ਝੋਨਾ ਵੱਢ ਰਹੇ ਹਾਂ, ਝੋਨੇ ਦਾ ਬੀਜ ਕਿਸੇ ਨੇ ਪਾਇਆ, ਵੱਢਿਆ ਕਿਸੇ ਨੇ, ਵੇਚਿਆ ਕਿਸੇ ਨੇ, ਅਤੇ ਖਰੀਦ ਕੇ ਖਾ ਕੋਈ ਰਿਹਾ ਚੌਲ। ਇੱਕ ਛਾਂ ਵਾਲਾ ਰੁੱਖ ਕਿਸੇ ਨੇ ਲਾਇਆ, ਉਹਦੀ ਛਾਂ ਕੋਈ ਮਾਣ ਰਿਹਾ ਹੈ। ਜਿਹੜੀ ਮੇਰੀ ਪ੍ਰੋਪਰਟੀ ਹੈ ਉਹ ਮੇਰੇ ਬੱਚੇ ਜਿਹੜੇ ਵਰਤ ਰਹੇ ਨੇ, ਜਿਹੜੇ ਮੇਰੇ ਮਾਂ ਬਾਪ ਦੀ ਪ੍ਰੋਪਰਟੀ ਉਹ ਅਸੀਂ ਵਰਤ ਰਹੇ ਹਾਂ। ਦੁਨਿਆਵੀ ਤੌਰ 'ਤੇ ਇਹ ਗੱਲ ਹੋ ਸਕਦੀ ਹੈ ਕਿ ਬੀਜ ਪਾਉਣ ਵਾਲਾ ਕੋਈ ਹੈ, ਉਹਦਾ ਫਲ ਕੋਈ ਭੁਗਤੇਗਾ, ਕੋਈ ਪ੍ਰਾਪਤ ਕਰ ਸਕਦਾ ਹੈ। ਪਰ ਰੂਹਾਨੀਅਤ ਤੌਰ 'ਤੇ ਯਾਦ ਰੱਖਿਓ, ਜਿੰਨੇ ਕਰਮਾਂ ਦੇ ਵਿੱਚ ਬੀਜ ਪਾਇਆ ਹੋਇਆ ਹੈ, ਜਿੰਨੇ ਕਰਮ ਕੀਤਾ ਉਹਦਾ ਫਲ ਉਹਨੂੰ ਹੀ ਭੁਗਤਣਾ ਪੈਣਾ, ਉਹਦਾ ਫਲ ਦੂਸਰਾ ਨਹੀਂ ਭੁਗਤ ਸਕਦਾ।
फिर इस बेनती में मैं एक उदाहरण दे देना। जिदन आपां गुरता गद्दी गुरु अंगद देव महाराज जी की मनाई, फिर उत्थे थोड़ा जिहा ध्यान खड़िओ, सिर्फ उतों एक निक्की जी उदाहरण चुकनी आपां। जिस वेले गुरता गद्दी गुरु अंगद देव महाराज जी नूं दित्ती ते संगत ने, परिवार ने, शरीकियां ने, रिश्तेदारां ने एक रोस किया कि सतगुरु तुसीं गद्दी ते लैणे नूं दे दित्ती है। तो इतिहास ने, बोल सांभे ने, माता सुलखनी ने यह गल कही सी कि जे गद्दी लैणे नूं दे दित्ती है तो मेरे पुत्रां नूं की मिलेगा। क्योंकि कई बारी मन च भुलेखा हुंदा सी भी शायद जिहड़ा करतारपुर दा जिन्ना भी हिस्सा ये भी लैणे जी कोल जावेगा। सतगुरु चलो तुसीं गद्दी ते लैणे नूं दे दित्ती, मेरे पुत्रां नूं की मिलेगा। उत्थे सतगुरां ने जिहड़ियां गल्लां कहीआं, सिर्फ अज दी एक गल मैं तुहाडे सामने रखां। उत्थे सतगुरु कहणगे एक गल चेता रखियो, तेरे पुत्रां ने दुनियावी तौर पर जिहड़ा मैनूं सिर्फ तो सिर्फ एक बाप समझिया, गुरु करके नहीं जानिया। हाँ, वो जे तेरे पुत्र ने, मेरे भी पुत्र ने, इन्हां नूं मैं करतारपुर सारा दे दिता। बाबा श्री चंद बाबा लक्ष्मी दास नूं कहण लगे मैं इन्हां अपने पुत्रां नूं सारा करतारपुर दिता। लैणे ने सेवा की, सिमरन किया, बंदगी की, भजन किया, इनू मैं करतार दे दिता। अगली गल जिहड़ी सतगुरां ने कही, कहण लगे कि इत्थों लैना जिहड़ा चलिया जावेगा, तुहाडे घर दी एक कौली भी नहीं खड़ेगा, क्योंकि जिन्ने करतार मंगिया उन्होंने करतार दे दिता, जिन्ने करतारपुर मंगिया उन्होंने करतारपुर दे दिता। फिर इस बेनती नूं समझण दा यतन करो। प्यो की जमीन जायदाद जिहड़ी है वो बच्चे हंडाउंदे ने, पर जिहड़ा रूहानी किणका मेरे अंदर है उहदा फल मैनू मिलना है, जिहड़ा मेरे माँ बाप के अंदर है उहदा फल उन्होंने मिलना है। इत्थे फिर बच्चे कुछ नहीं कर सकते। जे ये भी वंडिया जाता हुंदा तो जिन्नी बंदगी गुरु नानक साहब की है गुरता गद्दी बाबा श्री चंद जो कोल चली जाती, जां लक्ष्मी दास दे कोल चल जाती, भाई लैना जी उदां ही रह जाते। रूहानीयत के तौर पर जिहड़ा तुसीं सिमरन करदे जे, बंदगी करदे जे, जां कोई भी कर्म बीजदे जे, अपने कर्मां दे विच कोई भी चंगा जां माड़ा बीज बीजदे जे, उहदा फल तुहानूं ही भुगतना पैना है। एक दो उदाहरणां दे देना। जदों पुराणक कथावां पढ़दे आ, भगत प्रहलाद का जिक्र आउंदा है। हुण प्रहलाद जिहड़ा वो रब नूं मनण वाला है, उहदा प्यो बिल्कुल उहदे विरुद्ध है। हरनाकश जिहड़ा है, हरनाकश बिल्कुल विरुद्ध है ना। हरनाकश की जमीन जायदाद प्रॉपर्टी प्रहलाद की हो सकती है, पर जिहड़े कर्म हरनाकश ने कीते ने उहदा फल हरनाकश नूं भुगतना पै रहा है। जिहड़े शुभ कर्म प्रहलाद ने कीते उहदा आनंद प्रहलाद लै रहा है। इस करके जिहड़ी मैं बेनती कहनी चाहुंदा, गुरमुखो जिहो जिहा तुसीं कर्म करोगे, जिहा कर्म कमाए तिहा होए सी, ओहो जिहा ही तुहाडा जीवन बनदा है। फिर इस बेनती नूं विचार वाल आओ, पंक्ति वाल ध्यान दो। किरत पै कमावना, जिहड़े मैं कर्म कीते वो कर्म संस्कार बन गए। जो संस्कार बन के वो फिर साडे नाल चलते हैं, समय के नाल नाल चलते हैं। कल मैं एक गल कही सी, कई बारी मनुख ये गल कह दिंदा है कि देखो जी मैनू पता नहीं किहड़े कर्मां दी सज़ा मिली है। कई बारी ना मनुख कह दिंदा है भी मैनू पता नहीं किहड़े कर्मां दी सज़ा मिली है। बाणी कहती है कदी किसी नूं नजायज़ कुछ नहीं मिलता, कदी भी ना तुहाडी मर्जी तो बिना, तो परमात्मा की मर्जी तो बिना तुहाडा सुख किसी नूं मिलना है, ना तो रब का जिहड़ा वो किसी नूं किसी का दुख मिलना। जिहदे कर्मां च जो उन्होंने ओहो ही मिलना है। हर एक दे अपने अपने कर्म ने। जे मैं अज चंगे दिन हंडा रहा, इहदा भाव यह है कि चंगे कर्म कीते ने। जे अज मेरे कोल दुख कलेश रोना पिटना है, इहदा मतलब मैं किते ना किते बीज बीजिया होया सी। तो कोई इहो जी फसल नहीं हुंदी कि जिहड़ी अज तुसीं बीजो तो नाल ही तुसीं वढ लो, उन्होंने पुंगर लग्या समा लग जाता है। कर्म इदां दे ने, तुसीं अज बीजदे जे कई बारी उस वेले फल मिल जाता है, कई बारी उन्होंने पुंगर लग्या जन्मां दे जन्म भी लग जाते हैं, पर उहदा फल सानूं जरूर भुगतना पैंदा है। इस करके गुरु अमरदास जी कह रहे हैं किरत पै कमावना, नानक किरत पै कमावना। जिहड़े तुसीं कर्म कीते वो कर्म हुण कमा रहे जे। अगे पंक्ति है जी, बचन है कोई ना मेटन हार, इनू कोई मिटा नहीं हो सकता। जिहड़े साडे कर्म बन गए ना, कर्मां तो संस्कार बन गया, जीवन बन गया, हुण इनू कोई भी जिहड़ा वो तब्दील नहीं कर सकता। उहदे मुताबक ही जीवन तुहाडा जिहड़ा चलेगा। जे चंगे कर्म ने तो चंगा जीवन है, जे मंदे कर्म ने तो साडा मंदा जीवन है।
गुरु ग्रंथ साहिब पातशाह महाराज जी की अमृत बाणी ने अनेका इहो ਜਿਹੇ बचन कहे ਜਿਹੜੇ ਤੈਨੂੰ ਆਪਣੇ कर्म भुगतने पैने ने। मैनू ਉਹਨੂੰ कोई मिटा नहीं सकता, फल भुगतना पैना है। पर चलो ये श्लोक का प्रकरण तो इत्थे हो गया, पर एक सवाल रह गया जिहड़ा आपां कल कहा सी भी जे कर्म मिटने नहीं फिर गुरु कोल आउण दा की फायदा। एक बड़ा तगड़ा अहम सवाल है भी मैं कह दिता इत्थों भी जो कर्मां 'च उही होना है तो फिर आप जरूर इत्थे बैठे मार्केट 'च रौनकां मेला करिए भी इत्थे करन भी की बैठे आपां। ये एक बड़ा तगड़ा सवाल है। जिहड़ी कर्म फिलोसफी मैं सांझी कीती है इहनूं धार्मिक ग्रंथ कहिंदे ने। इदां अजे मैं सारी फिलोसफी नहीं सांझी की, सिर्फ हिंट दिते कुछ उदाहरण लैके। गुरमत का नज़रिया इस तो अलग है। गुरमत दे विच कर्म दे दो अर्थ कीते जांदे ने, दो भाषावां च कीते जांदे ने। एक कर्म का अर्थ है जी संस्कृत दे विचों कीते हुए काम जिहड़ा इत्थे आया है। दूसरा इहदा फारसी दे विचों अर्थ है जी बख्शिश। जदों परमात्मा की बख्शिश हुंदी है तो कर्म फिलोसफी थल्ले रह जाती है। हुण इस चीज़ नूं समझ जाओ भी जे साडा गुरु कोल आउण दा फायदा की है जे कर्म तब्दील नहीं होने। पहली मैं बेनती करा, अक्सर कहना हुन्ना एक गल जेहन दे विच रख के आओ, जदों गुरु घर वाल नूं तुर पे ना उदों एक गल पक्की मन दे विच सोच लो कि ज्ञान ध्यान किश कर्म ना जाना, मैनूं कुछ नहीं आउंदा। ये समर्पण है जी। पहला असीं आउंदे आ, असीं समर्पण नहीं करते। मैं परसों शायद कहा सी मत्था टेकन का भाव की है। बस ये थोड़ी भी मत्था इत्थे रगड़िया, इधर 5-7 वारी मत्था रगड़ के तो देग लई घर नूं। मत्थे का भाव ही समर्पण है। मैं आप तेनू समर्पण करदा जिद्दां दा भी हैगा, मेरी वाह पेश नहीं गई, हुण तू जो करना करना, मैं तेनू मत्था टेक दिता। जिद्दण आउणा है उदण ये गल जेहन दे विच रख के आओ, कर्म ज्ञान ध्यान किश कर्म ना जाना। ना मेरे को ज्ञान है, ना मेरे को सुरत जोड़न की जुगत है। ध्यान का अर्थ है सुरत जोड़नी। किश कर्म ना जाना, तो ना मेरे को कोई इदां दा चंगा कर्म है जिहड़ा तेरे घर आके मूँह विखा सका अपना। ज्ञान ध्यान किश कर्म ना जाना। अगे शब्द जी सार ना जाना तेरी। सार का अर्थ इत्थे कदर। बाणी च अर्थ सार का संभालना भी आया है, सार का लोहा भी आया है। इत्थे कदर है। कह लगे ना मैं तेरियां दित्तियां होइयां दातां दी कोई कदर पाई, ना तेरी कदर ही पाई है। आपां रब दा शुकर नहीं ना करते। ज्ञान ध्यान किश कर्म ना जाना, सार ना जाना तेरी। पर वेखो मालक ने नाल सुरत किन्नी उच्ची चुक दी। गुरु अर्जन साहब ने कहते कख नहीं किया, फिर भी इत्थे आण के एक अरदास करी कि सब ते वड्डा सतगुर नानक जिन कल राखी। मेरी अपने जेहन दे विच ये टिका के आयो, जिहदे घर च चले वो सारियां तो वड्डा है। बाणी ने अनेका थावां ते जिथों गुरु की महिमा की ना, उत्थे ये गल्लां कहियां, आप नारायण कला धार जग मैं परवरियो। क्यों एक पौड़ी दे विच आउणा है, धन धन सतपुरख सतगुरु हमारा। जे अज आ गया अज, नहीं तो मैं कल अर्ज करांगा। गुरु परमात्मा का रूप है, बाणी चों वेखांगे आपां। पर जिहड़ी मैं इत्थे बेनती कर रहा, ये गल अपने अंदर टिका लो कि गुरु मेरा सर्ब कला समर्थ है। इस तो अगे बेनती करा, जदों गुरु सर्ब कला समर्थ है तो गुरु कोल आ गए उदों अपने गुण या अवगुण नहीं देखने। वैसे तो आप अपने अवगुण देखते ही नहीं ना, सानू गुण ही नज़र आते हैं। बंदा 4 दिन गुरुद्वारे चल जाए तो फट्टा ला लेंदा भी मेरे नाल दा ते धर्म ही कोई नहीं, मैं तो रोज़ गुरुद्वारे जाना। खैर ये इन्हां चीज़ों को नहीं देखना। जो गुरु कोल आ गए आन के इक्को गल कहनी है कि सा मत देहो दयाल प्रभ जित तुम्हें आराधना पातशाह, वो मेरे ते बख्शिश कर, वो मैनू मत बुद्ध दे दे जिहदे नाल मैं तेरा आराधना करा। फिर बेनती इन्हां है बरीक बरीक निक्कियां निक्कियां गल्लां ध्यान मंगणगियां। पहला आउणा इस मन दे नाल है कि गुरु सर्ब कला समर्थ है। अगली बेनती करा, कदी भी जेहन दे विच शंका नहीं रखनी। हुण साडी मुश्किल पता कित्थे है, इन मैं थोड़ा जिहा साइकोलॉजी चों भी बेनती कर देना ते धार्मिक ग्रंथ दोवें चीज़ां तुहाडे सामने रख देना। जिथे शक होवेगा उत्थे कदी भी पूरी नहीं जे पैंदी। दोवें पक्ष तुहाडे सामने रख देना। जिहड़ा भी काम करना उन्होंने पूरे भरोसे दे नाल करना है। गुरु ग्रंथ साहिब पातशाह महाराज जी की बाणी ने कहा कि तेरे ते कोई मुसीबत आउंदी है, कोई मुश्किल है, तो तू गुरु के चरणों 'च अरदास कर। जी की बिरथा होए
सो गुर पै अरदास कर। तू अरदास करके शक करे भी पता नहीं हुण रब ने बांह फड़नी है जां नहीं फड़नी। हुण उत्थे की करा मैं, एक गुरु अर्जुन साहब की साखी भी है, किते समा बनया फिर मैं अर्ज करांगा जो तेल च हथ सड़दा है। जे अरदास कर दिती है तो गुरु के उत्ते भरोसा रखना। वैसे अरदास है ही इन्हां तिन्नां चीज़ों का सुमेल जी। सब तो पहला है विश्वास, जिहदे अगे अरदास करनी उहदे ते विश्वास होवे। दूजी है अरदास, तीजी है आस। जो विश्वास करके अरदास करते जे उहदे ते आस भी रखियो, वो तुहाडी अरदास नूं फल भी जरूर लावेगा। इस करके जो गुरु कोल आउणा है उदों विश्वास होना अत लाजमी है, बहुत जरूरी है। दूजी बेनती करा, अज मनोविग्यान भी कहता तुसी जिहड़ा भी काम करना है ना, जो उहदा बलीव तुहाडे सब कॉन्शियस दे विच बैठ गया ना, उन्होंने कोई माई का लाल नहीं हटा सकता। वैसे ये विषय मैं कहना हुन्ना मेरे लैक्चर दे हुंदे ने, मैं लैक्चर च बेनती करता, कथा च नहीं, सिर्फ एक बेनती कर देना। सब कॉन्शियस माइंड तुहाडा नां नूं कदी नहीं जे समझदा। नो शब्द जिहड़ा ना सब कॉन्शियस नूं नहीं पता। हुण मैं बैठा स्टेज ते प्रैक्टिकली तुहानूं दिखा सकदा। इस करके जे वो अपने मन दे विच तुसीं धार लिया ना, होना उहो ही है जिहड़ा तुहाडा बलीव है। कई बारी ना सिर्फ एक उदाहरण, कई बारी असीं किसी गल तो डरदे ने भी ये काम ना हो जाए, बंदा ना डरदा हुंदा भी मेरे नाल इदां ना हो जाए, वो वापर जांदा है। असीं कहने यार मैं डरदा सा इदां ना हो गया। असल च तू कॉन्शियस तौर पर डरदा सा, सब कॉन्शियस उन्होंने नहीं सी पता, उन्हें उन्हां चीज़ों को तेरे वाल खिंच के तेरे सामने पेश कर दिता। शायद बंदा इहो चाहुंदा तो हो उहिओ गया। बाणी कहती जिहा सेवै तेहा होए। आप परसों इत्ते एक भगत नामदेव जी का बचन भी साझा किया सी, जिद्दां दा तू सेवेगा, जिद्दां दा सोचेगा, जिद्दां दा तेरा थॉट है, उदां दा ही तेरे जीवन दे विच होवेगा। दुनियावी तौर पर भी तुसीं जे कोई कर्म करना है ना, उन्होंने इन्ने क भरोसे दे नाल कर लो। याद रखियो जे मालक किरपा करन ते आवे ना, अमृत बाणी का एक बचन है, वो पिंगलियां नूं पहाड़ां दे उत्ते चाड़ दिंदा। पिंगल पर्बत पार परे, खल चतुर्भ कीता, अंदुले त्रिभवन सूझिया, गुर भेट पुनीता, महिमा साधु संग की। सुनो मेरे मीता, सारी खेड़ तुहाडे विश्वास दी है। बाहरी तौर पर अज मनोविग्यान मैं तां उदाहरण दे दित्ती, कई बारी असीं धर्म नूं मनदे नहीं, बाहरी तौर पर भी मनोविग्यान कहती है तेरे सब कॉन्शियस दे विच बलीव चाहिए, यकीन भरोसा पक्का चाहिए है, वो काम जरूर होवेगा। गुरु कोल भी इहो चीज़ है कि जिहड़ी तू अरदास करदी तैनूं भरोसा चाहिए है। अरदास का बड़ा तगड़ा महत्व है गुरु घर दे विच। दमदमा साहिब की धरती तो बाबा दीप सिंह तुरदे ने, 8 सिंह ने, अरदास की जाती है दाता तेरे दर नूं जिहड़ा है वो आज़ाद कराउणा है। तो आउंदियां आउंदियां जिहड़ा जो 5000 का जत्था बन जाता है 8 सिंगां तो, गिनती के 8 ने, इतिहास पढ़ के वेख लियो। सानू कोई कहते भी 8 जाणियां ने किते जाना है, अपना तो उदा घाऊ माऊ होना भी 8 अहीं की करांगे, उत्थे 20,000 चढ़ के आ रहा है। पर एक अरदास सी, एक विश्वास सी गुरु के उत्ते। अनेकां उदाहरणां ने इतिहास दे विच, पर जिहड़ी मैं बेनती करनी चाहुंदा सिर्फ प्रकरण दे उत्ते पहली बेनती कर रहा, तुसीं गुरु कोल आउणा इस भरोसे दे नाल है, गुरु सर्वकला समर्थ है। दूसरा उहदे ते विश्वास रखो। तीसरी बेनती करा, जो विश्वास करके आउंदे जे ते गुरु ग्रंथ साहिब की बाणी कहती है जिहड़े तू गुनाह कीते ने, क्योंकि आप पंक्ति साझी कर रहे हैं, कोई ना मेटन हार, जिहड़े तेरे पाप ने तेनू लगदा कोई मेट नहीं सकदा, आण के गुरु दे अगे सारी गंढ खोल दे। गुरु कृपा करके इहो जी मेहर करेगा, तेरे कर्मां नू साड़ के राख करके रख देवेगा। एक दो उदाहरण, एक तो तुसीं गुरु रामदास जी का सवैया अक्सर सरवण करते जे, हम अवगुण भरे एक गुण नहीं। समस्या पता कित्थे है, असीं मनदे नहीं। मनुख बहुत ज़्यादा तेज है जी, ये गलती करके मनदा नहीं। असीं पैर पैर ते मुकर जाने हैं। ठीक है दुनियावी तौर पर कई वाधे घाटे जे करने पैंदे, मैं उन्हां मसलियां च नहीं पैंदा हुंदा। गुरु दे कोल आण के अपने अंदरों ही मनना है। आपां किहड़ी अनाउंसमेंट करनी भी मैं आ गुनाह कीते ने। जिदन आण के अंदरों मन गया ना, तो गुरु तेरे ते कृपा कर देगा। मैं 2-3 उदाहरण दे देना। एक सवैया कि हम अवगुण भरे एक गुण ना ही पातशाह, असी अवगुणा दे नाल भरे, कोई गुण नहीं हैगा। आण के बिल्कुल समर्पण कर दिता जी, मान लिया भी मैं अवगुण गुनाह कीते ने। अर्थ बड़े सौखे ने, हम अवगुण भरे एक गुण ना ही, अमृत छाड़ बिखै बिख खाई, माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम
ਤਰਾਸ ਮਿਟਾਈ। ਆਪਣੇ ਔਗਣ ਦੱਸ ਕੇ ਇੱਕ ਵਿਸ਼ਵਾਸ ਹੈ, ਇੱਕ ਅਰਦਾਸ ਕੀਤੀ ਹੈ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਮੈਨੂੰ ਰੱਖ ਲਾ। ਇੱਕ ਤੁਸੀਂ ਹੋਰ ਬਚਨ ਪੜ੍ਹਦੇ ਜੇ, ਗਈ ਬਹੋੜ ਗੁਰੂ ਅਰਜਨ ਸਾਹਿਬ ਦਾ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਕਹਿਣ ਲੱਗੇ ਹੇ ਪ੍ਰਭੂ ਮੈਨੂੰ ਕੁਛ ਨਹੀਂ ਆਉਂਦਾ, ਹਰ ਜੀਓ ਨਾਮ ਪਰਿਓ ਰਾਮਦਾਸ। ਕਹਿੰਦੇ ਮੇਰੇ ਅੰਦਰ ਕੋਈ ਚੰਗਾ ਗੁਣ ਨਹੀਂ ਹੈਗਾ, ਕੋਈ ਕਰਮ ਨਹੀਂ ਹੈਗਾ, ਪਰ ਮੈਨੂੰ ਇੰਨਾ ਕੁ ਗੱਲ ਦਾ ਪਤਾ ਹੈ ਜਦੋਂ ਤੂੰ ਬਖਸ਼ਣ 'ਤੇ ਆਉਣਾ ਹੈ, ਤੂੰ ਰਹਿਮਤਾਂ ਕਰਕੇ ਸਾਨੂੰ ਨਵਾਜ਼ ਜ਼ਰੂਰ ਦੇਣਾ ਹੈ। ਕਹਿਣ ਲੱਗੇ ਹਰ ਜੀਓ ਨਿਮਾਣਿਆ ਤੂੰ ਮਾਨ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਮੈਨੂੰ ਇੰਨਾ ਕੁ ਭਰੋਸਾ ਤੂੰ ਨਿਮਾਣਿਆਂ ਨੂੰ ਨਿਮਾਨ ਦੇਣਾ। ਅੱਗੇ ਉੱਥੇ ਜਿਹੜੀ ਇੱਕ ਪੰਕਤੀ ਆਉਂਦੀ ਹੈ, ਕਹਿਣ ਲੱਗੇ ਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗਿਆ ਮਾਰਗ ਪਾਵੇ। ਹੇ ਪ੍ਰਭੂ ਅਸੀਂ ਜਿਹੜੇ ਗੁਨਾਹ ਕੀਤੇ ਨੇ ਕਿਰਪਾ ਕਰਕੇ ਤੂੰ ਉਹਨੂੰ ਬਖਸ਼ ਕੇ ਤੇ ਸਾਨੂੰ ਹੁਣ ਅੱਗੇ ਮਾਰਗ ਦੇ ਉੱਤੇ ਪਾ। ਤੀਸਰੀ ਬੇਨਤੀ ਕਰਾਂ, ਇੱਕ ਭਾਈ ਗੁਰਦਾਸ ਜੀ ਦਾ ਬਚਨ ਹੈ, ਉੱਥੇ ਵੀ ਉਹਨਾਂ ਨੇ ਆਪਣੇ ਔਗਣ ਗਿਣਾ ਕੇ ਨਾ 20 ਔਗਣ ਗਿਣਾਏ ਤੇ ਇੱਕ ਗੱਲ ਕਹੀ ਕਿ ਭਲਿਆ ਇੰਨੇ ਔਗਣ ਹੋਣ ਦੇ ਬਾਵਜੂਦ ਵੀ ਜੇ ਭਰੋਸਾ ਰੱਖੇਗਾ ਤੇ ਗੁਰੂ ਤੈਨੂੰ ਬਖਸ਼ ਦੇਵੇਗਾ। ਉਹ ਮੈਂ ਬੜੀ ਵਾਰੀ ਪੜ੍ਹਿਆ ਉਹਨਾਂ ਦਾ ਬਚਨ ਕਿ ਹਾਂ ਅਪਰਾਧੀ, ਪੰਜਾਬੀ ਦੀਆਂ ਸਤਰਾਂ ਨੇ ਬੜੀਆਂ ਸੌਖੀਆਂ ਨੇ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ ਹਾਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਕੰਦਾ, ਕਾਮ ਕ੍ਰੋਧ ਲਭ ਮਦ ਮਾਨ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਾਣ ਮੈਂ ਕੋ ਨਾ ਰਹੰਦਾ। ਅਖੀਰ ਤੇ ਕਹਿ ਲਗੇ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਇੰਨੇ ਔਗਣ ਵੀ ਕਿਉਂ ਨਾ ਤੇਰੇ ਅੰਦਰ ਹੋਣ, ਫਿਰ ਵੀ ਪ੍ਰਮਾਤਮਾ ਦਾ ਨਾਮ ਜਪੀ ਸਤਿਗੁਰੂ ਤੈਨੂੰ ਬਖਸ਼ ਦੇਵੇਗਾ। ਇਹ ਮੈਂ 3 ਉਦਾਹਰਨਾਂ ਤਾਂ ਲਈਆਂ। ਇੱਥੇ ਸਤਿਗੁਰੂ ਕਹਿ ਰਹੇ ਨੇ ਕੋਈ ਨਾ ਮੇਟਨਹਾਰ, ਤੇ ਮਨ 'ਚ ਸਵਾਲ ਪੈਦਾ ਹੋਵੇਗਾ ਜੇ ਕਰਮ ਮਿਟਣੇ ਨਹੀਂ ਫਿਰ ਇੱਥੇ ਆਉਣ ਦਾ ਕੀ ਫਾਇਦਾ ਹੈ। ਇਹ ਇੱਕ ਸਵਾਲ ਹੋਇਆ ਸੀ ਜੀ ਗੁਰੂ ਘਰ ਦੇ ਵਿੱਚ, ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ। ਹੁਣ ਮੇਰਾ ਸਮਾਂ ਨਹੀਂ, ਮੈਂ ਸਾਖੀ ਪੂਰੀ ਲਾਵਾਂ। ਇਹ ਸਕੇਤ ਮੰਡੀ ਦਾ ਰਾਜਾ ਹਰੀ ਸੈਨ ਜਿਹੜਾ ਗੁਰੂ ਕੇ ਬਾਗ ਨੂੰ ਜਾਂਦਾ, ਜਿਹੜਾ ਗੁਰੂ ਕਾ ਬਾਗ ਨਾ ਆਪਣਾ ਅੰਮ੍ਰਿਤਸਰ ਦੇ ਵਿੱਚ, ਉਹਦਾ ਇਤਿਹਾਸ ਉਸ ਰਾਜੇ ਦੇ ਨਾਲ ਜੁੜਦਾ ਹੈ। ਸਿਰਫ ਹਿੰਟ ਦੇਣਾ, ਉਹ ਹਰੀ ਸੈਨ ਰਾਜਾ ਜਿਹੜਾ ਜੀ ਬਾਲਣ ਲੈ ਕੇ ਆਇਆ ਅੰਮ੍ਰਿਤਸਰ ਦੀ ਦਰਬਾਰ ਸਾਹਿਬ ਦੀ ਧਰਤੀ 'ਤੇ। ਇੱਥੇ ਪੰਕਤੀ ਚੱਲ ਰਹੀ ਸੀ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਇਹਦੇ ਮਨ 'ਚ ਸ਼ੰਕਾ ਪੈਦਾ ਹੋ ਗਿਆ ਤੇ ਗੁਰੂ ਸਾਹਿਬ ਨੇ ਸੁਪਨੇ ਦੇ ਵਿੱਚ ਇਹਦਾ ਪੂਰੇ ਦਾ ਪੂਰਾ ਇੱਕ ਜਨਮ ਕੱਟ ਦਿੱਤਾ। ਸਾਖੀ ਸਾਡੇ ਕੋਲ ਅੱਜ ਪ੍ਰਤੱਖ ਪ੍ਰਮਾਣ ਹੈ। ਇਸ ਕਰਕੇ ਜਿਹੜਾ ਕਰਮ ਕੋਈ ਨਹੀਂ ਮੇੜ ਸਕਦਾ, ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਗੁਰੂ ਪੁੱਠਿਆਂ ਕਰਮਾਂ ਨੂੰ ਸਿੱਧਿਆਂ ਕਰ ਦਿੰਦਾ ਹੈ। ਇੱਕ ਉਦਾਹਰਨ ਹੋਰ ਦੇ ਦੇਣਾ। ਇੱਕ ਵਾਰ ਇੱਕ ਮਨੁੱਖ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਵਾਲ ਕੀਤਾ। ਕਹਿੰਦੇ ਵੀ ਸਤਿਗੁਰੂ ਜੇ ਕਰਮ ਬਦਲੇ ਨਹੀਂ ਜਾਣੇ ਤੇ ਤੁਹਾਡੇ ਕੋਲ ਆਉਣ ਦਾ ਕੀ ਫਾਇਦਾ ਹੈ, ਮੱਥਾ ਟੇਕਣ ਦਾ ਕੀ ਫਾਇਦਾ ਹੈ। ਸਤਿਗੁਰਾਂ ਨੇ ਮੋਹਰ ਲਈ ਤੇ ਕਹਿਣ ਲੱਗੇ ਭਲਿਆ ਆ ਮੋਹਰ ਦੇ ਉੱਤੇ ਪੜ੍ਹ ਕੀ ਲਿਖਿਆ ਹੈ। ਕਹਿੰਦੇ ਨਹੀਂ ਪੜ੍ਹੀ ਜਾਵੇਗੀ। ਸਤਿਗੁਰੂ ਕਹਿੰਦੇ ਇਹਨੂੰ ਪੜ੍ਹਨਾ ਹੋਵੇ ਤੇ ਕਹਿੰਦੇ ਜੀ ਇੱਕ ਕਾਗਜ਼ ਲਾਓ, ਸ਼ਾਹੀ ਲਾਓ, ਸ਼ਾਹੀ ਦੇ ਨਾਲ ਇਸ ਮੋਹਰ ਨੂੰ ਲਬੇੜ ਕੇ ਭੇਂ ਕੇ ਕਾਗਜ਼ ਦੇ ਉੱਤੇ ਲਾਓਗੇ, ਜਿਹੜੇ ਅੱਖਰ ਪੁੱਠੇ ਨੇ ਉਹ ਸਿੱਧੇ ਹੋ ਜਾਣਗੇ ਤੇ ਪੜ੍ਹਿਆ ਜਾ ਸਕਦਾ ਹੈ। ਸਤਿਗੁਰੂ ਕਹਿੰਦੇ ਇਹੋ ਹੀ ਗੁਰੂ ਕੋਲ ਆਉਣ ਦਾ ਫਾਇਦਾ, ਜਿਹਦੇ ਕਰਮ ਪੁੱਠੇ ਨੇ। ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਗੁਰੂ ਦੇ ਚਰਨਾਂ ਦੀ ਧੂੜੀ ਦੇ ਨਾਲ ਪੁੱਠੇ ਕਰਮ ਵੀ ਸਿੱਧੇ ਹੋ ਜਾਂਦੇ ਨੇ। ਆਹ ਗੁਰੂ ਘਰ ਦੀ ਬਖਸ਼ਿਸ਼ ਹੈ। ਇਹ ਮੈਂ ਤਾਂ ਅਰਜ਼ ਕਰ ਰਿਹਾ ਕਿਉਂਕਿ ਇੱਥੇ ਪੰਕਤੀ ਹੈ, ਇਹ ਚਲੋ ਸਲੋਕ ਦੇ ਨਾਲ ਸੀ ਨਾ ਵੀ ਸ਼ਬਦ ਹੈ ਸਾਧਨ ਆਇਓ, ਸਲੋਕ ਹੀ ਇੱਦਾਂ ਦਾ ਵੀ ਜਿਹੜਾ ਮਨਮੁਖ ਜੀਵ ਹੈ। ਤੇ ਇੱਥੇ ਸਮਾਪਤੀ ਸਲੋਕ ਦੀ ਹੁੰਦੀ ਹੈ ਕਿ ਕੋਈ ਨਾ ਮੇਟਨਹਾਰ। ਅਖਰੀ ਅਰਥ ਇਹੋ ਨੇ, ਇਹਨਾਂ ਨੂੰ ਕੋਈ ਨਹੀਂ ਮਿਟਾ ਸਕਦਾ। ਪਰ ਮੈਂ ਦੂਸਰਾ ਪੱਖ ਰੱਖ ਰਿਹਾ ਕਿਉਂਕਿ ਅੱਜ ਨਾ ਅਸੀਂ ਨੈਗੇਟਿਵਿਟੀ ਜ਼ਿਆਦਾ ਚੁੱਕਦੇ ਹਾਂ। ਜਿਵੇਂ ਇੱਥੋਂ ਕਹਿ ਕੇ ਇੱਥੇ ਸਮਾਪਤੀ ਕਰ ਦਿੰਦਾ ਨਾ ਵੀ ਕਰਮ ਨੂੰ ਕੋਈ ਨਹੀਂ ਮਿਟਾ ਸਕਦਾ, ਅੱਧਿਆਂ ਨੇ ਕੱਲ੍ਹ ਨੂੰ ਆਉਣਾ ਨਹੀਂ ਸੀ, ਫਿਰ ਉੱਥੇ ਜਾਣ ਦਾ ਫਾਇਦਾ ਵੀ ਕੀ ਹੈ। ਨਹੀਂ ਜੀ ਕਰਦਾ ਜੀ, ਚੰਗੀਆਂ ਥਾਵਾਂ 'ਤੇ ਜਾਣ ਨੂੰ ਦਿਲ ਨਹੀਂ ਕਰਦਾ। ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਮਾਰਕੀਟ ਜਾਣਾ ਹੋਵੇ ਨਾ, ਇੱਕ ਚੀਜ਼ ਸਾਨੂੰ ਅੱਜ ਨਾ ਮਿਲੇ ਅਸੀਂ ਦੂਜੇ ਦਿਨ ਜਾਂਦੇ, ਤੀਜੇ ਦਿਨ ਵੀ ਚੱਲ ਕੋਈ ਨਹੀਂ ਦੂਜਿਆਂ ਦੁਕਾਨ ਵਾਲੇ ਕੋਲੋਂ ਮਿਲ ਜੇਗੀ। ਗੁਰੂ ਘਰ ਇੱਕ ਅਰਦਾਸ ਪੂਰੀ ਨਾ ਹੋਵੇ ਅਸੀਂ ਅਗਲੇ ਦਿਨ ਆਉਣਾ ਛੱਡ ਦਿੰਦੇ ਹਾਂ। ਇੱਥੇ ਸਾਨੂੰ ਭਰੋਸਾ ਨਹੀਂ ਹੈਗਾ। ਹਰ ਪਾਸੇ ਇਹੋ ਸੁਭਾਅ ਹੈ। ਚੰਗੇ ਕੰਮ ਵਾਲੇ ਪਾਸੇ ਮਨੁੱਖ ਬਹੁਤ ਘੱਟ ਤੁਰਦਾ ਹੈ। ਇਸ ਕਰਕੇ ਮੇਰੇ ਮਨ 'ਚ ਸੀ ਮੈਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਰੱਖਾਂ। ਹੁਣ ਇਹਦੀ ਸਮਾਪਤੀ ਵਾਲੇ ਪਾਸੇ ਆਵਾਂ। ਸਤਿਗੁਰਾਂ ਨੇ ਇੱਕ ਗੱਲ ਕਹੀ ਜਿਹੜੀ ਕਰਮ ਫਿਲਾਸਫੀ ਤੋਂ ਅੱਜ ਮੈਂ ਵਿਚਾਰ ਆਰੰਭ ਕੀਤੀ। ਚਲੋ ਪੌੜੀ ਕੱਲ੍ਹ ਸਾਂਝੀ ਕਰ ਦਾਂਗਾ
कि मनुख के कर्म नहीं मिट सकते। एक तुसी बचन पढ़ते जे, साचा साहिब जपजी साहिब की चौथी पौड़ी है जी, साचा साहिब साच नाए भाख्या भाओ अपार, आखै मंगै देह देह दात करे दातार, फिर के अगे रखिए जित दिसै दरबार, महो के बोलन बोलीए जित सुन धरे प्यार, अमृत वेला सच नाम वड्याई विचार। जी अगली बेनती करनी चाहना, कर्मी आवे कपड़ा। हुण ये तुसी कर्म कीते, महो के बोलन बोलीए दे आपां उदन अर्थ सांझे कीते सन। अमृत वेला सच नाम, ये कर्म कीता भी मैं अमृत वेले उठिया बाणी पढ़ी, ये कपड़े का अर्थ है प्रेम पटोला परमात्मा के घर दे विचों। ये दो अर्थ किए जाते हैं। प्राइमरी अर्थ ने सरीरक चोला मिलेगा, सैकेंडरी ये अर्थ ने कि तेन परमात्मा के घरों इज्जत का जोड़ा कपड़ा मिल जाएगा। कर्मी आवे कपड़ा, ये प्राइमरी अर्थ पहला लवांगे। कहिंदे मालक ने कृपा की, चंगे कर्म किए तो मनुखा जन्म मिल जाएगा। फिर सवाल इत्थे है, फिर मुक्ति कदों मिलेगी? सतगुरु कहते नदरी मोख द्वार। कहते जे परमात्मा ने मेहर की नज़र कर दी ना, पता नहीं उन्हें किहड़े वेले मेहर की नज़र कर देनी है, सारे कर्म राख हो जाएंगे तो परमात्मा तेनों वो मुक्ति दे देगा। समाप्ति करा, ये वैसे है एक लाटरी, मैं कहते कहा सी जी परमात्मा की मेहर है, लाटरी है जी पता नहीं की निकल जानी है। पर इत्थे गुरु घर दे विच सारे धर्म कहते हैं कि सब तो उत्तम कर्म फिलोसफी है। गुरु नानक का घर केवल तो केवल इदां दा है जिहड़ा कहंदा कर्म फिलोसफी तो उत्ते परमात्मा की नज़र है, वही बख्शिश है। जे वही बख्शिश हो जाए तो वह फिर कुछ भी कर सकता है। प्रभ भावै बिन सास ते राखै, प्रभ भावै ता हर गुण भाखै, प्रभ भावै ता पतत उधारै, आप करे आपन विचारे। क्यों? क्योंकि दो सिरियां का आप स्वामी खेलै बिकसै अंतरजामी। आ फिलोसफी है, बहुत शॉर्ट च चलिया मैं, जिहदे मुताबक सिर्फ मेरे कहने का भाव यह है। सतगुरां ने जिहड़ी पंक्ति कही, नानक किरत पया कमावना, अज फिर उस पंक्ति ते रोक गए आपां। जिहड़े तेरे कर्म ने वो कमा रहे हैं, तू दुख सुख आउंदा है कोई ना मेटन हर, जे अज दुखी इनू कोई नहीं मिटा सकता। पर मैं नाल दूसरा पक्ष रख दिता, जे गुरु ने किरपा कर दी ना, तुसी आण के मन जाओ पातशाह मैं गुनाह कीते ने, जिंदगी दुखों के नाल भरी है, तो बाणी कहती ऐ कर करे सो ऐ कर पाए, उस वेले ही तुहानूं उहदा हिसाब मिल जाएगा। एक उदाहरण दे दां, तुसी हज़ारां सालां दा कमरे च हनेरा है, उहदे च चानन करना, एक बल्ब लाउणा है जां दीवा जगाउणा, किन्ने चिर च निकलेगा जी हनेरा? हज़ारां सालां दा साल क लग जू, 6 महीने नहीं। दीवा जगया, एक चुटकी दी खेड है, माड़ा जिहा सुच ऑन करना है, उस वेले हनेरा खत्म हो जाना है। आ परमात्मा की बख्शिश है। जदों हज़ारां सालां दे पाप कट्ठे ने, जिंदगी पापां दे विच घिरी पई है, जिदन उन्हें बख्शिश कर दी, एक क्षण नहीं लगना ये पाप खत्म होने तो, इन्हां चीज़ों नूं राख होण तो। बस उहदी मेहर दी आस जरूर रखियो। इन्नियां बेनतियां प्रवान होईयां भुल्लां गलतियां दी खिमा। आओ पावन पंक्तियां दा जाप सरवण करके समाप्ति करिए। रसना फिक्का बोलना, नित नित होए खुआर, नानक किरत पयै कमावना, कोई ना मेटन हार। वाहिगुरु जी का खालसा, वाहिगुरु जी की